ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਮੈਣਾ ਪਰਮਾਤਮਾ ਹੰਗ ਮੈਣਾ ਆਤਮਾ। ਪਰਮਾਤਮਾ ਜੀ ਕਹਿੰਦੇ ਨੇ ਸੋ ਐ ਮੇਰੀ ਰੂਹ ਮੇਰੀ ਆਤਮਾ, ਮੈਂ ਤੇਰਾ ਪਰਮਾਤਮਾ ਹਾਂ। ਮੇਰੇ 'ਚ ਸਰਵ ਸ੍ਰੇਸ਼ਟ ਗੁਣ ਹੈ। ਪਹਿਲਾ ਹੈ ਮੈਂ ਮਹਾਰਾਜ ਹਾਂ, ਸਾਰਿਆਂ ਦਾ ਸ਼ਹਿਨशाह ਦਾ ਸ਼ਹਿਨशाह ਹਾਂ। ਸ਼ੇਰ ਭੈ ਦੇਣ ਵਾਲਾ ਸਿੰਘ ਸ਼ਕਤੀ, ਸਭ ਨੂੰ ਪੈਚ ਰੱਖਣ ਵਾਲੀ ਸਮਰੱਥ ਤਾਕਤ ਹਾਂ। ਅਤੇ ਵਿਸ਼ਨੂੰ ਯਾਨੀ ਕਿ ਵਿਸ਼ਨੂੰ ਬ੍ਰਹਮਾ ਸ਼ਿਵ ਔਰ ਜਿੰਨੇ ਵੀ ਬ੍ਰਹਿਮੰਡ ਖੰਡ ਜਿੰਨਾ ਰਚਨਾ ਹੈ, ਸਭ ਤੋਂ ਵੱਡਾ ਸਭ ਦਾ ਪਿਰਤਪਾਲਕ ਹਾਂ। ਮੈਂ ਹੀ ਤੋਂ ਭਗਵਾਨ ਹਾਂ। ਅਕਾਲ ਪੁਰਖ ਕਹਿੰਦਾ ਜਿਹੜਾ ਜੰਮਦਾ ਮਰਦਾ ਨਹੀਂ, ਸਦਾ ਰਹਿਣ ਵਾਲਾ। ਤੂੰ ਮੇਰੀ ਆਤਮਾ ਮੇਰੀ ਜੈ ਕਰ, ਮੇਰੀ ਫਤਿਹ ਕਰ, ਟੰਕਾ ਵਜਾ। ਇਸ ਕਰਕੇ ਪੰਜ ਤੱਤਾਂ ਦਾ ਸਰੀਰ ਹੈ ਤੇਰਾ, ਪੰਜ ਵਰਿਕ ਹੈ। ਤੋ ਵਿਸ਼ਾ ਹੈ ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਹੋਏ। ਪਈ ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਹੋਏ। ਬਹੁਤ ਹੀ ਪਿਆਰਾ ਵਾਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਭਗਤਾਂ ਤੇ ਸੰਸਾਰੀਆਂ ਕਦੀ ਜੋੜ ਨਹੀਂ ਹੁੰਦਾ। ਇਹੀ ਗੱਲ ਬਾਈਬਲ ਦੇ ਜੀਵ ਦੇ ਕਾਰੇ ਅਤੇ ਸੰਸਾਰ ਦਾ ਮਿੱਤਰਚਾਰਾ ਦੇ ਬਾਰੇ ਗੱਲ ਕਰਦੇ ਹਨ। ਯਕੂਬ ਜੀ ਸਫਾ 302 'ਤੇ ਪਿਆਰ ਦੇ ਸਨੇਹ ਦੇ 3 'ਤੇ ਕਹਿੰਦੇ ਨੇ, ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ। ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ, ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਹਲੀਮਾਂ ਉੱਤੇ ਕਿਰਪਾ। ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਬੁਰਾਈਆਂ ਯਾਨੀ ਕਿ ਸ਼ੈਤਾਨ ਦਾ ਸਾਹਮਣਾ ਕਰੋ, ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ਰ ਨੂੰ ਨੇੜੇ ਪਰਮੇਸ਼ਰ ਦੇ ਨੇੜੇ ਆ ਜਾਓ। ਇਹ ਕੀ ਕਿਹਾ ਨਾ, ਕੀ ਆਖਿਆ? ਪ੍ਰਭ ਕੋ ਨਿਕਟ ਜਾਣ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਇਹ ਵੀ ਕਹਿੰਦੇ ਪਰਮੇਸ਼ਰ ਦੇ ਨੇੜੇ ਆ ਜਾਓ, ਉਹ ਤੁਹਾਡੇ ਨੇੜੇ ਆਵੇਗਾ। ਦੁਚੁੱਤਿਓ ਆਪਣੇ ਆਪ ਨੂੰ ਪਵਿੱਤਰ ਕਰੋ। ਦੋ ਚੁੱਤੀ 'ਚ ਨਹੀਂ, ਸਮਾਜ 'ਚ ਵੀ ਰਹੋ ਅਤੇ ਉੱਧਰ ਵੀ ਰਹੋ। ਪਰਮਾਤਮਾ ਦੇ ਰੂਲ ਵੀ ਮੰਗੀ ਜਾਓ ਅਤੇ ਦੂਸਰੇ ਵੀ ਰੂਲ ਮੰਨੀ ਜਾਓ। ਆਂਦਾ ਦੁਚੁੱਤਿਓ ਆਪਣੇ ਆਪ ਨੂੰ ਪਵਿੱਤਰ ਕਰੋ। ਇਸ ਕਰਕੇ ਦੁਖੀ ਹੋ ਕਿ ਉਹ ਤੁਹਾਡੇ ਤੋਂ ਦੂਰ ਨਾ ਹੋ ਜੇ। ਨੀਵੇਂ ਬਣੋ, ਉਹਨੂੰ ਉੱਚਾ ਕਰੋ ਪਰਮਾਤਮਾ ਨੂੰ। ਆਨੰਦ ਆ ਜੇ, ਉਦਾਸੀ ਤੁਹਾਡੀ ਵਿਰਾਗ 'ਚ ਬਦਲ ਜਾਵੇ। ਇੱਕ ਦੂਜੇ ਦੇ ਵਿਰੁੱਧ ਨਾ ਬੋਲੋ। ਜੋ ਸ਼ਰ੍ਹਾ ਵਿਰੁੱਧ ਬੋਲਦਾ ਹੈ, ਉਹ ਸ਼ਰ੍ਹਾ 'ਤੇ ਦੋਸ਼ ਲਾਉਂਦਾ ਹੈ, ਸ਼ਰ੍ਹਾ 'ਤੇ ਅਮਲ ਕਰਨ ਵਾਲਾ ਨਹੀਂ। ਵੀ ਸ਼ਰ੍ਹਾ 'ਚ ਬੰਦੇ ਗੱਲ ਕੀ ਕਰਦੇ, ਜਿਹੜੇ ਉਹਦੇ 'ਤੇ ਅਮਲ ਨਹੀਂ ਕਰਦਾ, ਸ਼ਰ੍ਹਾ ਬਣਾ ਕੇ ਲੜਦਾ ਹੈ। ਤੁਸੀਂ ਉਹਨਾਂ 'ਚ ਨਹੀਂ, ਕਿਉਂਕਿ ਸ਼ਰ੍ਹਾ ਉਸਨੇ ਬਣਾਈ, ਤੁਸੀਂ ਉਹਨੂੰ ਟੋਕਣ ਨਾ ਜਾਓ। ਕਿਉਂਕਿ ਪਰਮਾਤਮਾ ਨਿਆਈ ਇੱਕੋ ਹੈ, ਸ਼ਰ੍ਹਾ ਦਾ ਦੇਣਾ ਵਾਲਾ ਇੱਕੋ ਹੈ, ਨਿਆਈ ਵੀ ਇੱਕੋ ਹੈ, ਜਿਹੜਾ ਮੁਕਤੀ ਦੇਣ ਅਤੇ ਨਾਸ ਕਰਨ ਨੂੰ ਸਮਰੱਥ ਹੈ। ਤੂੰ ਆਪਣੇ ਗਵਾਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਨਾ? ਜੇ ਤੁਸੀਂ ਜਾਣਦੇ ਨਹੀਂ ਤਾਂ ਭਲਕੇ ਕੀ ਹੋਣਾ? ਜਿੰਦ ਹੈ ਕਿ ਨਹੀਂ ਹੈ, ਇਹ ਤਾਂ ਭਾਫ ਵਾਂਗੂ ਲੋਪ ਹੋ ਜਾਂਦੀ ਹੈ। ਤੁਸੀਂ ਸਭ ਨੇ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਸਹੁੰ ਨਹੀਂ ਖਾਣੀ। ਇਹੀ 52 ਰੂਲਾਂ 'ਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਝੂਠੀ ਸਹੁੰ ਨਹੀਂ ਖਾਣੀ। ਨੇਕਲੰਕ ਕੀ ਕਹਿੰਦੇ ਹਨ? ਜਦੋਂ ਉਸਨੇ ਸ਼ਬਦ ਦਿੱਤਾ, ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਨਾਲ ਕਿਹਾ ਕਿ ਸ਼ਬਦ ਬਸ ਇੰਨਾ ਹੀ ਹੈ, ਲੇਕਿਨ ਮਾਰਗ ਕਠਿਨ ਹੈ, ਜਗਤ ਦੇ ਤਾਨੇ ਮੇਣੇ ਸਹਿਣੇ। ਕੀ ਕਰਨਾ ਹੈ? ਤੁਸੀਂ ਨਿਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਮੰਨਣਾ ਹੈ। ਸੰਸਾਰੀ ਸਰੀਰ ਵਾਲਾ ਇਸ਼ਟ ਨਹੀਂ ਹੈਗਾ ਤੁਹਾਡਾ, ਪਰਮਾਤਮਾ ਦਾ। ਕਾਲ ਦੀ ਪੂਜਾ ਜਿਹਨੂੰ ਕਿਹਾ ਗਿਆ ਸੀ। ਸਤਿਗੁਰੂ ਕੇਵਲ ਸ਼ਬਦ ਨੂੰ ਮੰਨਣਾ ਹੈ ਕਿ ਤਨ ਵਜੂਦ ਤੱਤ ਜਿਹੜੇ ਵਜੂਦਾਂ ਵਾਲੇ ਨੇ, ਇਹਨਾਂ ਸਰੀਰਾਂ ਦਾ ਜਿਹੜੇ ਸਤਿਗੁਰੂ ਨਹੀਂ ਆ। ਅਕਾਲ ਪੁਰਖ ਕਹਿੰਦਾ ਇਹ ਸਤਿਗੁਰੂ ਨਹੀਂ ਸਰੀਰ ਹੁੰਦਾ, ਸਤਿਗੁਰੂ ਕੇਵਲ ਸ਼ਬਦ ਹੈ। ਲੇਕਿਨ ਜਿਸ ਸਰੀਰ 'ਚ ਇਹ ਪ੍ਰਗਟ ਹੁੰਦਾ ਹੈ, ਜੇ ਸਰੀਰ ਨੂੰ ਧਾਰਨ ਕਰਦਾ ਹੈ, ਉਸ ਨੂੰ ਪਵਿੱਤਰ ਕਰਦਾ ਹੈ। ਇਸ ਕਰਕੇ ਉਹਦੀ ਵਡਿਆਈ ਕਰਨੀ ਹੈ, ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ।
तीसरा है कि परमात्मा के अगे कोई सवाल जवाब नहीं है, ना कोई सवाल ना कोई जवाब। परमात्मा नूं झुकना ही वड्डी गल है, ਤਾਂ जो ਤੁਹਾਨੂੰ जनाई करे तो ਤੁਹਾਡਾ दर्श दे दे। ਤੁਹਾਨੂੰ अगले पासे कहता है कि ਜਿਹੜੇ ਕੀ ਉਹਦੇ ਨੇ ਉਹਨੇ 33 रूल देते कि सर्व मानव जाति ਨੂੰ प्यार करना है, जात पात ਇਹਨਾਂ चीज़ों तो उपर उठना। ਜਿਹੜਾ जात पात ਦੇ ਰਹਿ ਗਿਆ ਉਹ भगत नहीं हो सकता। फिर उन्होंने कहा भगत कौन है? जिन्हों भगवान अपनी कृपा नाल बनाउंदा है। भगत कोई इंसान नहीं है जिन्हों दर्श ना देवे। भगत जिन्हों परमात्मा अंदर ते बाहर दिसे। जे धन्ने जी नूं अंदर प्रकाश होया तो बाहर उहदे खेतां नूं भी तुरिया। रविदास नूं बाहर अंदर देखिया। भगतां दा काम जिहड़ा है वो संसार तो वखरा हुंदा है। उहदी ड्यूटी भी अलग है और उहदे अधिकार भी अलग हैं। भगत की ड्यूटी तो उहदी चीज़ां 'च फर्क है। भगत तद करके संसारी नहीं हुंदा। भगत थां थां मत्था नहीं टेकदा, वो निरंकार नूं मत्था टेक चुका हुंदा। भगत की मंग कोई नहीं हुंदी संसारी। भगत की मंग उहदे दर्श हुंदे हन, चरण प्रीति हुंदी है, इह तुत्ते नहीं हुंदी। वो बह होया हुंदा। भगत अकाल पुरख नूं देसन करके पाठ पूजा भगती इन्हां चीज़ां तो परां हो जांदा। अकाल पुरख अपनी किरपा नाल उहनूं अंदर दर्श दिंदा है, वो किरपा का पात्र बनता है। भगत नूं फायदा की हुंदा? भगत एक सब तो उच्च कोटि की पोस्ट है दुनिया के अंदर, ये तोते पोस्ट नहीं। संतां महात्मा तो अभाव जिहड़ी है, संत महात्मा अनेकां गिनती च ने, भगत 18 क्यों है? तो इस करके ये बड़ी विशेष पोस्ट है। जिस तरह आपां आने कि सुप्रीम कोर्ट का जज है जां कोई आ दूसरा है जां आ जरनल है फौजां दा, उहदी ड्यूटी भी उस तरह ही है, उन्होंने छोटा भी उस तरह है। उहदी ड्यूटी एक ही है, वो चत्ते पैर हाजरी है उहदी जदों मर्जी रब दे नाल, उहदी स्पैशल ड्यूटी नहीं है। भगत जिहड़ा है उहदे विच की फायदा उहनूं? वो बिना पाठ पूजा तो जदों परमात्मा नूं देखदा, बिना पाठ पूजा तो परमात्मा जूंदे जी ही उहनूं सिलेक्ट कर दिंदा कि तैनूं मैं सच्चखंड खड़ूंगा। वो दुनिया नूं बाद नहीं वेंदा तमाशा भी मरण तो बाद, क्योंकि जिहड़ा जींदियां ही मर जांदा ते जींदियां मरे होए ही दर्श दे दिंदा। जीवन चों जीवन बदलिया हुंदा उहने। वो परमात्मा दे वैसे है जिंदा है आत्मक तौर पर, शरीरक तौर पर उहनूं कोई वार नहीं हुंदा। भगतां नूं कदी वेखिआ कि थां थां ते मंदिरां ते मस्जिदां दे विच जाण दा उहनूं छूट हुंदी है, क्योंकि वो हाई पोस्ट ते चले गया। उहनूं तीर्थां ते स्थानां ते इशनानां की जरूरत नहीं हुंदी। भगत ना चुगली करता है ना निंदिया करता है, उहदा इहदे नाल वास्ता ही नहीं। किनूं माड़ा कवे किनूं चंगा पए, वो सारिਆਂ 'ਚ ਉਹਨੂੰ परमात्मा ही रचदा ते निंदिया कदी करे। ते संसारी नूं दिसदा हुंदा भी फलाना बंदा ते इहदी मैं निंदिया करनी। संसारी ने धर्म तौर पर भी टोकना हुंदा, दूजे भी टोकना हुंदा, लेकिन भगत की क्वालिटी नहीं। उहनूं ਉਹਦੇ ਨਾਲ मतलब ही नहीं संसार का। जो बोलदा है वो ਇਹਦਾ ਉਹ ਹੀ ਉਹਦੇ 'ਚ बोल ਰਿਹਾ, ਉਹ ही कर रहा ते वाह वाह करी जांदा। दूसरी की है, ਉਹਦੀ ड्यूटी एक तो हैगी कि ਉਹਨੂੰ सचखंड पक्का हुंदा। तीसरी फ्लाइट है, एक जिदा ਜਿਹੜੇ ਉੱਚੇ ਅਹੁਦੇ ਤੇ ਉਹਨੂੰ फ्लाइट ਹੁੰਦੀ ਆ, टिकट ਹੁੰਦੀ ਆ हवाई जहाज फलाने की जाण ਦੀ फ्री, ਤੇ भगत ਨੂੰ फ्री टिकट ਹੁੰਦੀ ਆ ਵੀ सचखंड तू जाना, ਤੈਨੂੰ कोई चिंता नहीं किराए की। इस तरह ही ਉਹਨੂੰ सचखंड जाण ਦੀ कोई चिंता नहीं ਹੁੰਦੀ। ਹੁਣ धर्मराज का मतलब नहीं गा बड़े टौर ना जाता, क्योंकि ਉਹਦੇ ਰੱਬ ਉਹਦੇ ਨਾਲ ही ਰਹਿੰਦਾ। खड़न वाला जिउंदे जी भी, मरण वाले तो बाद भी वो लागे खड़ा ਹੁੰਦਾ, ਉਹਦਾ ਜਰਾਨਾ ਹੀ ਉਹਦੇ ਨਾਲ। तो जगत जराना कम किसी ना ही है। वो बाजार च टहलन नहीं जाता दूसरे दे। भगत की क्वालिटी वेखी है, जिस तरह कि एक ऑफिसर जिहड़ा है वो अपनी सिर्फ जिहड़ी कंटीन च ही रोटी खा सकता। एक चंगा जिहड़ा अहुदेदार है उसदी रोटी भी टेस्ट होंदी है और ਉਹਦੇ ਤੇ अधिकार है इतों गा नहीं। भगत की भी रोटी जिहड़ी है जिन्ने चिर भगवान का भोग ना लगे वो भगत रोटी खांदा ही नहीं। भगत ये नहीं आंदा कि आह चीज़ जिहड़ी है सवेरे खाना, आ खा लीए फलाने थां ਉਹ आ। भगत इन्ना शुक्रगुजार हुंदा अज मैनूं कित्थों खाना आया। वो रब दी ढीक करदा कि अज मैनूं उहने किहड़ी देनी है, अज दाल देनी, सब्जी देनी, की देनी, रोटी देनी, कि की देनी है, ये ਉਹਦੇ ते सुटदा। भगत नहीं वेंदा कि वो दुनिया के एडवरटाइजां दे नाल ਉਹਦਾ कोई संबंध नहीं हुंदा। आह खाना खाओगे तो विटामिन बनणगे, आह खाओ तो तुहाडे नाल ਇਹਦੇ ਨਾਲ ਤੁਹਾਡੇ ਨਾਲ हारन आऊगी। ये संसारियां दा काम है। ਉਹ ਆਂਦਾ जो आउणा ਇਹਨੂੰ भोग लाउणा, ਉਹਦੇ 'ਚ ਉਹਨੇ रस पा के आउणा, अमृत रख के आउणा। मेरे ਵੱਲੋਂ विटामिन आउंदे नहीं आउंदे ਉਹਦਾ काम है। भगत की सोच ही नहीं होंदी। तो की अधिकार ने उन्होंने सचखंड जाण दा पूरी खुल। पूजा पाठ छुट गए। जिस तरह एक ऑफिसर नूं कोई जानी, उसकी हाज़री का सिस्टम खत्म हो गया। वो जो मर्जी जुड़िया होंदा, उन्होंने कोई लोड़ नहीं गई। उसदा सवेर रात समझ सारा एक ही होया हुंदा।
ਉਹਦਾ ਸਾਂਝ ਸਵੇਰਾ ਨਹੀਂ ਰਹਿੰਦਾ ਭਗਤ ਦਾ। ਭਗਤ ਕਦੀ ਇੱਕ ਹੀ ਅੱਖਰ ਪੜ੍ਹ ਕੇ ਉਹਦੇ ਅੰਦਰ ਰੋਣ ਆ ਜਾਂਦਾ, ਜਿੰਨਾ ਚਿਰ ਉਹ ਪੂਰਾ ਨਹੀਂ ਹੁੰਦਾ ਅਗਲਾ ਸਟੈਪ ਹੀ ਨਹੀਂ ਚੁੱਕਦਾ। ਲੇਕਿਨ ਸੰਸਾਰੀ ਅੱਖਰਾਂ ਵਾਂਗੂ ਪੜ੍ਹੀ ਜਾਂਦਾ ਹੈ, ਲੇਕਿਨ ਉਹਦੇ ਅਮਲ ਨਹੀਂ ਗਾ। ਉਹ ਜਿੰਨਾ ਚਿਰ ਤੱਕ ਉਸ ਅੱਖਰ ਦਾ ਅਮਲ ਨਹੀਂ ਹੁੰਦਾ, ਪ੍ਰੈਕਟੀਕਲ ਵੇਖ ਨਹੀਂ ਲੈਂਦਾ, ਉਹਦੀ ਜਣਾਈ ਨਹੀਂ ਹੋ ਜਾਂਦੀ ਵੀ ਇਹ ਕੀ ਆ, ਉਹਨਾਂ ਚਿਰ ਉਹ ਚੈਨ ਹੀ ਨਹੀਂ ਲੈਂਦਾ। ਜੇ ਉਹਦੇ 'ਚ ਆ ਕੇ ਨਾ ਇੱਕ ਆ ਪਰਮਾਤਮਾ, ਇੱਕ ਜਿੰਨਾ ਚਿਰ ਵੇਖਦਾ ਨਹੀਂ ਉਹ ਸਾਹ ਹੀ ਨਹੀਂ ਲੈਂਦਾ, ਉਹ ਅੱਗੇ ਸਟੈਪ ਹੀ ਨਹੀਂ ਚੁੱਕਦਾ ਵੀ ਇੱਕ ਵੇਖ ਤੇ ਲੰਮਾ ਫੇਰ ਹੀ ਅੱਗੇ ਤੁਰਾਂ। ਇਸ ਕਰਕੇ ਉਹਦੇ ਅੰਦਰੋਂ ਬਾਣੀ ਫੁੱਟਣੀ ਸ਼ੁਰੂ ਹੋ ਜਾਂਦੀ, ਅੰਦਰ ਹੀ ਰਾਗ ਚੱਲਣੇ ਸ਼ੁਰੂ ਹੋ ਜਾਂਦੇ। ਇਹ ਭਗਤ ਦਾ ਕੰਮ ਹੈ, ਲੇਕਿਨ ਉਹਨੂੰ ਕੋਸ਼ਿਸ਼ ਨਹੀਂ ਕਰਨੀ ਜਾਂਦੀ। ਉਹਦੇ ਸ਼ਬਦ ਦਾ ਹੀ ਐਡਾ ਘੇਰਾ ਹੁੰਦਾ, ਚੁੱਕ ਕੇ ਉਹ ਮਾਰਦਾ ਸੋਤੀ 2 ਮਿੰਟ। ਇਤਨੀ ਕਿਰਪਾ ਹੋਈ ਹੁੰਦੀ ਹੈ, ਸੰਸਾਰ ਹੀ ਨਹੀਂ ਰਹਿ ਜਾਂਦਾ। ਭਗਤ ਦੇ ਫਿਰ ਡਿਊਟੀਆਂ ਕੀ ਹੋਈਆਂ, ਇਹ ਤਾਂ ਖੋਲ੍ਹਿਆ। ਤੀਰਥ ਸਥਾਨਾਂ ਤੋਂ ਜਾਣ ਦਾ ਮਤਲਬ ਲੋੜ ਨਹੀਂ ਉਹਨੂੰ, ਕਿਸੇ ਧਰਮ ਸਥਾਨਾਂ 'ਤੇ ਜਾਣ ਦੀ ਉਹਨੂੰ ਲੋੜ ਨਹੀਂ ਪੈਂਦੀ ਭਗਤ ਨੂੰ, ਕਿਉਂਕਿ ਭਗਵਾਨ ਲਾਗੇ ਹੀ ਰਹਿੰਦਾ। ਜਾ ਕੇ ਉੱਥੇ ਕੀ ਵੇਖੇ, ਜਿਹੜਾ ਜਿਹਨੂੰ ਮਿਲਣਾ ਉਹ 'ਤੇ ਖੜਾ ਹੈ, ਉਹਦੇ ਜਰੇ 'ਤੇ ਖੜਾ, ਉਹ ਬਾਹਰ ਖੜਾ, ਉੱਥੇ ਵੀ ਖੜਾ, ਅੰਦਰ ਪੜਿਆ ਜੇ ਕਿਸੇ ਧਰਮ ਸਥਾਨ 'ਤੇ ਬਾਹਰ ਖੜਾ। ਉਹਨੂੰ ਜਿਹੜਾ ਹੈਗਾ ਉਹ ਸਿਰਫ ਇੱਕ ਆਉਂਦਾ ਅਤੇ ਆਪਣੇ ਵਰਗੇ ਭਗਤਾਂ ਨੂੰ ਮਿਲਣ ਆਉਂਦਾ ਅਤੇ ਆਪਣੇ ਭਗਵਾਨਾਂ ਨਾਲ ਮਿਲ ਕੇ ਆਉਂਦਾ, ਅਤੇ ਉਹਨਾਂ ਦੀ ਖੁਸ਼ੀ ਮਿਲਦਾ ਕਿ ਉਹਦੇ ਭਗਤ ਦੇ ਹੋਗਾ, ਨਹੀਂ ਤਾਂ ਜ਼ਿਆਦਾ ਉਹਦਾ ਅੰਦਰ ਦਾ ਹੀ ਧਾਣੀ ਹੁੰਦੀ। ਦੂਸਰੇ ਨੰਬਰ 'ਤੇ ਆ ਕਿ ਉਹਨੂੰ ਕੋਈ ਤੀਰਥਾਂ ਦੀ ਦੂਸਰਿਆਂ ਦੀ ਸਭ ਛੁੱਟ ਹੋਈ ਜਾਂਦੀ। ਜਿੱਦਾਂ ਆਪਾਂ ਆਉਂਦੇ ਹਾਂ, ਉਹਨੂੰ ਨਹੀਂ ਮਕਸਦ ਹੈਗਾ ਵਾੜੀ ਵਾਲ ਕਟਾ ਲਾਂ, ਫਲਾਣਾ ਕਰਾ ਲਾਂ, ਦੂਸਰਾ ਕੋਈ ਸ਼ੌਂਕ ਨਹੀਂ ਹੈਗੇ। ਕੱਪੜਾ ਕਿਹੋ ਜਿਹਾ ਪੈ ਗਿਆ ਨਹੀਂ ਪੈ ਗਿਆ, ਉਹਨੂੰ ਜਾਂ ਚੰਗੀ ਤਰ੍ਹਾਂ ਵੇਖ ਕੇ ਉਹਦੇ 'ਚ ਹੀ ਖੁਸ਼ ਆ ਵੀ ਅੱਜ ਮੈਨੂੰ ਤੂੰ ਆਹ ਦੇਤਾ, ਵਾਹ ਵਾਹ ਵਾਹ। ਉਹਦੀ ਖੁਸ਼ੀ 'ਚ ਆ ਕਿ ਜਿਹੜਾ ਕੱਪੜਾ ਤੈਨੂੰ ਚੰਗਾ ਲੱਗੇ ਉਹ ਮੈਂ ਪਾਵਾਂ। ਇਸ ਕਰਕੇ ਉਹਦਾ ਨਾਂ ਲੈਣ ਤੋਂ ਬਿਨਾਂ ਕੱਪੜਾ ਪਾਉਂਦਾ ਹੀ ਨਹੀਂ ਉਹ। ਭਗਤ ਦੀ ਵਰਤੀ ਜਿਹੜੀ ਆ ਉਹ ਚਿੱਟੀ ਹੋ ਜਾਂਦੀ, ਉਹਦੇ ਧਾਰ ਚਿੱਟੀ, ਉਹਨੂੰ ਚਿੱਟਾ ਪਾਉਣਾ ਪਸੰਦ ਲੱਗਦਾ। ਅੰਦਰੋਂ ਅੰਦਰ ਹੀ ਮੰਗਦਾ, ਉਹ ਆਪ ਨਹੀਂ, ਅੰਦਰ ਦੀ ਧਾਰ ਹੀ ਬਦਲ ਜਾਂਦੀ। ਉਹ 'ਚ ਨਸ਼ੇ ਵਾਲੀ ਗੱਲ ਐਟੋਮੈਟਿਕਲੀ ਬੰਦ ਹੋ ਜਾਂਦੀ। ਉਹ ਨਸ਼ਾ ਛੱਡਦਾ ਨਹੀਂ ਗਿਆ, ਬਲਕਿ ਉਹਦੇ ਅੰਦਰੋਂ ਬੰਦ ਹੁੰਦਾ। ਨਸ਼ੇ ਨਾਂ ਦੀ ਚੀਜ਼ ਨਹੀਂ ਰਹਿੰਦੀ ਉਹਦੇ ਨਾਂ 'ਤੇ, ਨਿੰਦਿਆ ਨਾਂ ਦੀ ਚੀਜ਼ ਨਹੀਂ ਰਹਿੰਦੀ। ਉੱਡ ਜਾਂਦੇ ਨੇ ਚੁਗਲੀਆਂ, ਨਿੰਦਿਆ, ਦੂਸਰਾ ਰੋਸਾ, ਲੜਾਈ ਕਰਨੀ, ਗੁੱਸਾ, ਇਹ 'ਤੇ ਰੋਸ ਹੋਣਾ, ਇਹ ਨਾ ਰਿਸ਼ਤੇਦਾਰੀ ਦੇ, ਉਹਨੂੰ ਕੋਈ ਮਤਲਬ ਨਹੀਂ ਹੈਗਾ। ਸਭ ਚੀਜ਼ ਇੱਕ ਹੋ ਜਾਂਦੇ। ਸੰਸਾਰੀ ਵਾਲੀ ਹਾਲਾਤ ਨਹੀਂ ਰਹਿੰਦੀ ਉਹਦੀ ਭਗਤ ਦੀ। ਇਸ ਕਰਕੇ ਪਹਿਲਾ ਉਹਦਾ ਨਿਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਮੰਨਦਾ, ਕਿਸੇ ਦਾ ਇਸ਼ਟ ਨਹੀਂ ਮੰਨਦਾ। ਸਭ ਤੋਂ ਬਾਕੀ ਆ ਸਤਿਗੁਰ ਕੇਵਲ ਸ਼ਬਦ ਨੂੰ ਮੰਨਦਾ, ਜਿਸ ਦੇਹਧਾਰੀ ਨੂੰ ਨਹੀਂ ਮੰਨਦਾ। ਜਿਸ ਸਰੀਰ 'ਚ ਪ੍ਰਗਟ ਹੋਏ ਦਾ ਸਤਿਕਾਰ ਕਰਦਾ। ਆਤਮਾ ਪਰਮਾਤਮਾ ਦਾ, ਜਿਉ ਆ ਪਰਮਾਤਮਾ 'ਚ ਗੁਣ ਹੈ ਵੀ ਜਾਤ ਪਾਤ ਨਹੀਂ ਵੇਂਦਾ, ਉਹਦੇ 'ਚ ਗੁਣ ਆਉਂਦੇ ਨੇ। ਪਰਮਾਤਮਾ ਕਿਸੇ ਦੇ ਗਿਲਾ ਨਹੀਂ ਕਰਦਾ, ਪਰਮਾਤਮਾ ਕਿਸੇ ਦੀ ਮੁਹੱਬਤ 'ਚ ਵੀ ਨਹੀਂ ਆਉਂਦਾ। ਉਹਦੀ ਮੁਹੱਬਤ ਅਤੇ ਵੈਰ ਸਾਰੇ ਬਰਾਬਰ ਹਨ, ਉਹਦੇ ਵਿੱਚ ਵੀ ਗੁਣ ਆ। ਨਾ ਕਿ ਵੈਰੀ ਨਾ ਉਹਦਾ ਆਉਂਦਾ ਅਤੇ ਨਾ ਉਹਦੇ ਦੋਸਤ ਨਾਲ ਸੰਬੰਧ। ਭਗਤ ਦੀ ਪੋਜੀਸ਼ਨ ਇਹ ਹੋ ਜਾਂਦੀ, ਉਹਨੂੰ ਕਿਸੇ ਰਿਸ਼ਤੇ ਨਾਲ ਨਹੀਂ। ਅਤੇ ਪਰਮਾਤਮਾ ਦੇ ਜਿੱਦਾਂ ਸਾਰੇ ਉਹਨੂੰ ਨਾ ਵੀ ਆ ਵਿਸ਼ੇਸ਼ ਰਿਸ਼ਤਾ ਆ ਵੀ ਨਾਰੀ ਨੂੰ ਕਿਰਪਾ ਕਰਾਂ, ਰੱਬ ਕਦੀ ਨਹੀਂ ਕਹਿੰਦਾ, ਜਾਂ ਨਰ ਨੂੰ ਕਰਾਂ ਜਾਂ ਆ ਜੀਵ ਨੂੰ ਕਰਾਂ, ਉਹਦੇ ਵਾਸਤੇ ਇੱਕ ਬਰਾਬਰ ਹੈ, ਭਗਤ ਵਾਸਤੇ ਵੀ ਇੱਕ ਹੀ ਬਰਾਬਰ ਹੁੰਦੇ। ਆ ਤੁਸੀਂ ਵੇਖਿਆ ਕਿਹੜੇ ਅਜੀਸ਼ਨ 'ਚ ਆ, ਕੁੱਤਿਆਂ ਦੇ ਮਗਰ ਭੱਜੀ ਗਏ, ਅੱਗ ਦੇ ਮਗਰ ਭੱਜੀ ਗਏ। ਕਿਉਂ ਭੱਜੀ ਗਏ? ਕਿ ਤੂੰ ਆ ਗਿਆ। ਭਗਤਾਂ ਦੀ ਪੋਜੀਸ਼ਨ ਹੋਰ ਤਰ੍ਹਾਂ ਦੀ ਹੈ, ਭਗਤਾਂ ਦੀ ਪੋਜੀਸ਼ਨ ਜਿਹੜੀ ਅਨੋਖੀ ਹੈਗੀ ਆ। ਇਸ ਕਰਕੇ ਤੀਸਰਾ ਹੈਗਾ ਸਰਵ ਮਾਨਵ ਜਾਤੀ ਨੂੰ ਪਿਆਰ ਕਰਦੇ ਆ, ਕਿਉਂਕਿ ਉਹਨੂੰ ਇਹ ਹੁੰਦਾ ਕਿ ਜੇ ਇਹਦੇ ਵਿੱਚ ਮੈਂ ਕਹਾਂ ਤਾਂ ਉਹ ਉਸੇ ਵੇਲੇ ਕੋਈ ਗੱਲ ਕਹੇਗੀ, ਅੰਦਰ ਆਪਣੇ ਰੱਬ ਨਾਲ ਗੱਲ ਕਰਨਾ ਵੀ ਆ, ਪਰਮਾਤਮਾ ਮੇਰੇ ਕੋਲ ਹੋ ਗਿਆ, ਰਹਿਮਤ ਕਰੀ, ਤਰਸ ਮੰਗਦਾ ਰਹਿੰਦਾ। ਉਹਦੀ ਸਲਾਹ ਕਿਸੇ ਨਾਲ ਨਹੀਂ ਹੁੰਦੀ। ਜਦੋਂ ਹੀ ਆਉਂਦਾ ਅੱਖਾਂ ਮੀਟ ਕੇ ਉਹਦੇ ਨਾਲ ਗੱਲ ਕਰਦੇ, ਵੇਖੀ ਨਾ ਅੱਜ ਆਹ ਗੱਲ ਤੂੰ ਇੱਦਾਂ ਹੋਈ ਹੈ। ਸੰਸਾਰੀ ਹਮੇਸ਼ਾ ਬਾਹਰ ਜਾਊਗਾ, ਦੇਹ ਲੱਭੂ ਕੋਈ, ਉਹ ਦੇਹ ਨੂੰ ਮੁੜ ਕੇ ਆਣ ਕੇ ਪੂਜੂਗਾ ਵੀ, ਮੱਥੇ ਤੋਂ ਤਰਲੇ ਵੀ ਕੱਢੂਗਾ। ਲੇਕਿਨ ਭਗਤ ਤਰਲੇ ਨਹੀਂ ਕੱਢਦਾ ਹੈਗਾ, ਉਹ ਆਪਣੇ ਭਗਵਾਨ ਦੇ ਹੀ ਤਰਲੇ ਕਰਦਾ। ਉਹਨੂੰ ਕੋਈ ਲੋੜ ਨਹੀਂ ਕਿਸੇ ਨੂੰ ਮੱਥਾ ਟੇਕ ਕੇ ਦਿਓ ਆਪਣੀਆਂ ਅਰਦਾਸਾਂ ਕਰਨ ਦੀ, ਜਾਂ ਮੇਰਾ ਸਵਾਰਦੀ ਆਹ ਕਰਦੀ ਨਹੀਂ, ਫਲਾਣੇ ਸਮੇਂ ਆਹ ਹੋਇਆ ਸੀ। ਨਾ ਉਹ ਸ਼ਬਦ ਰੂਪ ਪੁੱਛਦਾ ਅਤੇ ਨਾ ਸ਼ਬਦ ਰੂਪ ਕਿੱਦਾਂ ਜਣਾਈ ਹੋਈ, ਇਹਨਾਂ ਗੱਲਾਂ 'ਤੇ ਉਹਨੂੰ ਬਹਿਸ ਹੀ ਨਹੀਂ। ਭਗਤ ਕਦੀ ਕਿਸੇ ਬਾਣੀ 'ਤੇ ਕੰਤੂ ਪਰੰਤੂ ਵੀ ਨਹੀਂ ਕਰਦਾ। ਉਹ ਤਾਂ ਇੱਕ ਲਾਈਨ ਦੇ ਉੱਤੇ ਹੀ ਵਿਰਾਗ 'ਚ ਭਰ ਜਾਂਦਾ ਵੀ ਇਹ ਤੋਂ ਅੱਗੇ ਪਤਾ ਨਹੀਂ ਤੂੰ ਕੀ ਆ ਅਤੇ ਆਹ ਬੜੀ ਆ। ਉਹਦਾ ਇੱਕ ਇੱਕ ਲਫ਼ਜ਼ ਉਹਦਾ ਜਾਣ ਕੇ ਆਉਂਦਾ ਵੀ ਜਿੱਦਾਂ ਸਾਹਮਣੇ ਖੜਿਆ ਸੀਨ ਹੁੰਦਾ, ਇਹ ਭਗਵਾਨ ਜਿੱਦਾਂ ਸਾਹਮਣੇ ਹੋ ਕੇ ਬੋਲ ਰਿਹਾ ਹੁੰਦਾ, ਉਹਨੂੰ ਸੰਸਾਰ ਹੀ ਨਹੀਂ ਦੀਦਾ ਹੁੰਦਾ ਭਗਤ ਨੂੰ। ਤਾਂ ਉਹਦੀ ਡਿਊਟੀ ਕੀ ਹੈਗੀ ਆ ਕਿ ਭਾਈ ਇਹ ਚਾਹ ਮਾਂ ਸ਼ਰਾਬ ਆਂਡਾ ਸਿਗਰਟ ਬੀੜੀ ਭੰਗ ਪੋਸਤ ਇਹੋ ਜਿਹੇ ਨਾਤੇ ਨਹੀਂ ਰਹਿਣੇ। ਉਹਦੇ ਰਿਸ਼ਤੇ ਨਾਤੇ ਤੁਰਨ ਫਿਰਨ ਲਈ ਜ਼ਰੂਰ ਹੈਗੇ ਆ, ਲੇਕਿਨ ਉਹਦੀ ਸਾਰੀ ਦੀ ਸਾਰੇ ਪਿਆਰ ਜਿਹੜਾ ਰਿਸ਼ਤਿਆਂ ਦਾ ਆ ਉਹ ਸੰਸਾਰੀ ਚੱਲ ਰਿਹਾ ਆ, ਲੇਕਿਨ ਉਹਦੇ ਨਾਲ ਪਰਮਾਤਮਾ ਨਾਲ ਆ। ਸੰਸਾਰ ਨਾਲ ਬੜਾ ਹੱਸ ਕੇ ਬੋਲ ਰਿਹਾ, ਕਿਉਂਕਿ ਉਹਦੇ ਨਾਲ ਦੁਸ਼ਮਣੀ ਨਹੀਂ ਰਹਿ ਜਾਂਦੀ। ਉਹਦਾ ਰਿਸ਼ਤਾ ਤਾਂ ਅਕਾਲ ਪੁਰਖ ਨਾਲ, ਗਿਲਾ ਉੱਥੇ ਹੋਊ ਜਿੱਥੇ ਖੂਨ ਦਾ ਰਿਸ਼ਤਾ ਹੋਊਗਾ। ਉਹਨੂੰ ਤਾਂ ਰੂਹਾਂ ਦੇ ਰਿਸ਼ਤੇ ਆ, ਇਸ ਕਰਕੇ ਗਿਲਾ ਕਾਹਦਾ। ਹਮੇਸ਼ਾ ਹੀ ਪਿਆਰ ਅਤੇ ਗਿਲਾ ਕਿਤੇ ਹੁੰਦਾ ਜਿਹੜੇ ਖੂਨ ਦੇ ਰਿਸ਼ਤੇ ਆ। ਇਸ ਕਰਕੇ ਇਹਨਾਂ ਤੋਂ ਬਾਹਰ ਹੋਇਆ ਹੁੰਦਾ ਭਾਈ। ਇਸ ਕਰਕੇ ਉਹਦਾ ਕੰਟੀਨ ਵੀ ਸਪੈਸ਼ਲ ਹੁੰਦੀ ਹੈ, ਯਾਨੀ ਕਿ ਉਹਦਾ ਲੰਗਰ ਜਿਹੜਾ ਜਿਹਨੂੰ ਪਰਮਾਤਮਾ ਦਾ ਭੋਗ ਲੱਗਦਾ ਜਾਂ ਬੜੇ ਪਿਆਰ ਨਾਲ ਉਹਦੇ ਨਾਂ ਲੈ ਕੇ ਪਿਆਇਆ, ਉਹ ਲੰਗਰ ਪਸੰਦ ਕਰਦਾ ਉਹਦੇ ਅੰਦਰ। ਉਹਨੂੰ ਦੂਜੇ ਦਾ ਨਹੀਂ ਪਸੰਦ ਕਰਦਾ, ਸੰਸਾਰੀ ਨਹੀਂ ਹੁੰਦਾ।
ਉਹ ਵਿਆਹ ਸ਼ਾਦੀਆਂ ਦੇ ਅਡੰਬਰਾਂ 'ਚ ਵੀ ਨਹੀਂ ਪੈਂਦਾ ਹੈਗਾ ਭਗਤ ਰਹਿਣਾ। ਉਹਨੂੰ ਲੱਗ ਭਗਵਾਨ ਜਿੱਥੇ ਖੁਸ਼ ਆ ਮੈਂ ਉਹਦੇ ਨਾਲ ਕਰਨਾ। ਜੇ ਉਹ ਆਂਦਾ ਨਾ ਵੀ ਇੱਦਾਂ ਬਹਿ ਕੇ ਸ਼ਾਦੀ ਕਰ ਲਾ, ਉੱਦਾਂ ਹੀ ਕਰ ਲੈਂਦਾ। ਉਹਨੂੰ ਨਹੀਂ ਮਤਲਬ ਵੀ ਕਿਹੜੇ ਰੂਪ 'ਚ ਬਹਿਣਾ, ਕਿੱਦਾਂ ਬਹਿਣਾ, ਕਿੰਨਾ ਲੋਕਾਂ ਨੂੰ ਇਕੱਠੇ ਕਰਨਾ, ਕੋਈ ਸਿਰਦਰਦੀ ਨਹੀਂ ਉਹਨੂੰ ਹੈਗੀ। ਭਗਤ ਨੂੰ ਸੰਸਕਾਰ ਕਰਨ ਲੱਗਿਆ ਵੀ ਸਿਰਦਰਦੀ ਨਹੀਂ। ਆਂਦਾ ਚਲੋ ਜੀ ਤੇ ਚੁੱਕੋ, ਨਾ ਉਹਨੂੰ ਰੋਣ ਦਾ ਨਾ ਕੋਈ ਆਂਦਾ, ਬਸ ਠੀਕ ਹੈ ਜੋ ਉਹਦਾ ਹੋ ਗਿਆ। ਭਗਤ ਇਹਨਾਂ ਗੱਲਾਂ ਨਹੀਂ, ਉਹ ਰੱਬ ਦਾ ਨਾਂ ਲੈ ਕੇ ਤੁਰਿਆ ਜਾਂਦਾ, ਰੱਬ ਦੇ ਨਾਂ 'ਤੇ ਹੀ ਵਾਪਸ ਆ ਜਾਂਦਾ। ਲੇਕਿਨ ਸੰਸਾਰੀ ਕੀ ਆ, ਜਾਂਦਿਆਂ ਬੜੇ ਰੱਬ ਦੇ ਬਣੇ ਹੁੰਦੇ, ਆਉਂਦਿਆਂ ਉਸੇ ਵੇਲੇ ਹੀ ਜਿਹੜੇ ਸੰਸਾਰੀ ਹੋ ਜਾਂਦੇ। ਜਿੱਦਾਂ ਕਬੀਰ ਜੀ ਦਾ ਗਿਆ ਏ, ਉਹਨਾਂ ਕਬੀਰ ਕਿਹੜਾ ਆਂਦਾ ਜਿਹੜਾ ਸ਼ਮਸ਼ਾਨ ਘਾਟ ਵੱਲ ਨੂੰ ਗਿਆ, ਸਾਰਿਆਂ ਦੇ ਲਾਈਟਾਂ ਗਾਂ ਨੂੰ ਜਲਣਗੀਆਂ ਅਤੇ ਜਦੋਂ ਵਾਪਸ ਮੁੜਿਆ ਇਕੱਲੇ ਕਬੀਰ ਦੀਆਂ ਜਗਣਗੇ। ਉਹ ਕਹਿੰਦਾ ਉਹਨੂੰ ਅਫਸੋਸ ਨਹੀਂ ਹੁੰਦਾ। ਇਹ ਭਗਤ ਦੀ ਕੁਆਲਿਟੀ ਹੈ, ਉਹਦੇ 'ਚ ਕੋਈ ਅਥਰੂ ਦਾ ਮਤਲਬ ਨਹੀਂ ਹੁੰਦਾ। ਆਉਂਦਾ ਉਹਦਾ ਕਸਮ ਆ, ਉਹ ਦਿਸਦਾ, ਉਹ ਲੈ ਗਿਆ, ਕਿਹੜੀ ਗੱਲ ਹੋਈ। ਇਸ ਕਰਕੇ ਭਗਤ ਦੇ ਵਿੱਚ ਉਹਨੇ ਗੁਣ ਪਾਏ ਹੁੰਦੇ ਆ, ਕਿਉਂਕਿ ਇਹ ਆਪ ਨਹੀਂ ਆਏ ਹੁੰਦੇ, ਕਿਰਪਾ ਕੀਤੀ ਹੁੰਦੀ ਭਗਤ 'ਤੇ, ਬੰਦਾ ਨਹੀਂ ਕਰ ਸਕਦਾ। ਭਗਤ ਦੀਆਂ ਵਿਆਹ ਸ਼ਾਦੀਆਂ ਵੀ ਅਲੱਗ ਹੁੰਦੀਆਂ, ਉਹਦਾ ਸਿਸਟਮ ਅਲੱਗ ਹੁੰਦਾ, ਬੜਾ ਸਿੰਪਲ ਅਤੇ ਸਾਦਾ ਹੁੰਦਾ। ਉਹ ਸੰਸਾਰੀ ਨਹੀਂ ਹੁੰਦਾ, ਸ਼ੋਅਬਾਜ਼ੀ ਨਹੀਂ ਹੁੰਦੀ, ਪੈਲਸਾਂ ਸ਼ੋਅ ਕਰਾਂ, ਮੈਂ ਲੋਕਾਂ ਨੂੰ ਦੱਸਾਂ ਮੇਰੇ ਕੋਲ ਮਾਈਆਂ, ਮੇਰੇ ਕੋਲ ਗੱਡੀਆਂ। ਭਗਤ ਕਦੇ ਨਹੀਂ ਸ਼ੋਅ ਕਰਦਾ ਵੀ ਗੱਡੀ ਆ, ਕਾਰ ਆ, ਦੂਸਰਾ ਲੈਣਾ। ਇਹ ਨਹੀਂ ਗੱਲ ਕਿ ਉਹਦੇ ਕੋਲ ਹੁੰਦਾ ਨਹੀਂ, ਲੇਕਿਨ ਉਹ ਇਹਨਾਂ ਚੀਜ਼ਾਂ ਦੀ ਸ਼ੋਅ ਵੀ ਨਹੀਂ ਕਰਦਾ ਲੋਕਾਂ ਨੂੰ ਵੀ ਮੇਰੇ ਕੋਲ ਆ ਪੈਸਾ ਅਤੇ ਮੈਂ ਸ਼ੋਅਬਾਜ਼ੀ ਕਰਾਂ, ਆਪਣੇ ਰਿਸ਼ਤੇਦਾਰਾਂ ਨੂੰ ਦਿਖਾਵਾਂ, ਦੂਜਿਆਂ ਨੂੰ ਦਿਖਾਵਾਂ, ਆਪਣੀ ਕੋਠੀ ਨਵੀਂ ਕਲਰ ਦੀ ਉਹਦੀਆਂ ਗੱਲ ਦੱਸਾਂ ਵੀ ਵਾਹ ਭਈ ਵਾਹ ਇਹਨੇ ਕੰਮ ਕਰਤਾ, ਜੇ ਇੰਨੀਆਂ ਗੱਡੀਆਂ, ਇੰਨੇ ਬੰਦੇ ਇਕੱਠੇ ਕਰ ਸਕਦਾ, ਇੰਨਾ ਰੱਬ ਦੇ ਨਾਂ 'ਤੇ ਆ, ਤਾਂ ਜੋ ਆਉਣ ਵਾਲੇ ਲੋਕ, ਮਿਨਿਸਟਰ ਲੋਕ ਕਹਿਣ ਵੀ ਬੱਲੇ ਬੱਲੇ ਵੀ ਉਹਦੀ ਬੜੀ ਲੋਕ ਮੰਨਦੇ ਨੇ। ਇਹ ਭਗਤ ਦੀਆਂ ਕੁਆਲਿਟੀਆਂ ਨਹੀਂ, ਇਹ ਸੰਸਾਰੀ ਦੀਆਂ ਕੁਆਲਿਟੀਆਂ ਨੇ। ਭਗਤ ਆਪਣੇ ਸੰਗਤ ਨੂੰ ਦੂਰੋਂ ਹੀ ਡੀਕਦਾ ਕਰੇ ਕਦੋਂ ਆਣ ਕੇ ਮੇਰੇ ਘਰ ਆਵੇ। ਸੰਗਤ ਪ੍ਰਤੀ ਇੰਨਾ ਵਫਾਦਾਰ ਹੁੰਦਾ, ਉਹਦੀ ਹੱਦ ਤੋਂ ਪਰਾਂ ਆ ਕੇ ਆਣ ਕੇ ਪਰਮਾਤਮਾ ਦੇ ਰੂਲ ਨੂੰ ਮੰਨਦਾ ਹੈ। ਪਰਮਾਤਮਾ ਦੇ ਰੂਲ ਨਾਲ ਹੀ ਉਹਨੂੰ ਜਿਹੜਾ ਸਿੱਖ ਇੱਕ ਵੀ ਆ ਗਿਆ ਨਾ, ਉਹਨੂੰ ਬੜੇ ਪਿਆਰ ਨਾਲ ਆਪਣੇ ਗਲੇ ਲਾ ਕੇ ਅਤੇ ਆਪਣੇ ਅੰਦਰ ਖੜਦਾ, ਔਰ ਵੇਟ ਨਹੀਂ ਕਰਾਉਂਦਾ ਭਗਤ ਕਦੀ, ਕਿਉਂਕਿ ਉਹਦਾ ਭਗਵਾਨ ਆਇਆ ਹੁੰਦਾ, ਉਹਨੂੰ ਦਰਦ ਹੁੰਦਾ ਉਸ ਗੱਲ ਦਾ। ਮੇਰਾ ਭਗਵਾਨ ਨਾ ਕਿਤੇ ਖੜਾ ਨਾ ਬਾਹਰ ਰਹਿ ਜੇ, ਕਿ ਉਹ ਸਪੈਸ਼ਲ ਭਗਵਾਨ ਨਹੀਂ ਮਿਲਦਾ। ਉਹ ਕਹਿੰਦਾ ਵੀ ਇਹ ਜਿਹੜਾ ਹਰ ਸਿੱਖ ਦੇ ਵਿੱਚ ਉਹ ਵਸਿਆ ਅਤੇ ਮੇਰਾ ਭਗਵਾਨ ਆ ਗਿਆ, ਮੇਰਾ ਪਰਮਾਤਮਾ ਆ ਗਿਆ। ਬੜੀ ਵੱਡੀ ਕੁਆਲਿਟੀ ਹੈ। ਭਗਤ ਸੰਸਾਰੀਆਂ ਵਾਂਗੂ ਹੋਰ ਵੱਡੇ ਵੱਡੇ ਹਲਵਾਈ ਡਾ ਕੇ, ਵੱਡੇ ਵੱਡੇ ਕੰਮ ਕਰਕੇ, ਵੱਡੇ ਵੱਡੇ ਫੰਕਸ਼ਨ ਕਰਕੇ ਭਗਤ ਕਦੀ ਵੀ ਨਹੀਂ ਹੁੰਦਾ, ਇਹਨਾਂ ਕੰਮਾਂ 'ਚ ਹੀ ਨਹੀਂ ਆਉਂਦਾ। ਭਗਤ ਆਪਣਾ ਟੌਰ ਵੀ ਨਹੀਂ ਮਾਰਦਾ ਵੀ ਮੈਂ ਆ ਆਇਆ ਤਾਂ ਇਸ ਕੁਆਲਿਟੀ 'ਚ, ਮੈਨੂੰ ਮਿਲ ਗਿਆ ਤੇ ਨਾ ਗਿਆ। ਉਹ ਆਂਦੇ ਉਹਦੀ ਗੱਲ ਹੈ, ਤੈਨੂੰ ਵੀ ਤਾਂ ਮਿਲ ਗਿਆ। ਭਗਤ ਇਸ ਤਰੀਕੇ ਦੇ ਬੰਦੇ ਹਨ। ਭਗਤ ਕਿਸੇ ਨੂੰ ਗਿਆਨ ਵੀ ਨਹੀਂ ਦੇਣ ਆਉਂਦੇ। ਇਹ ਜਿਹੜੀ ਵਿਚਾਰ ਹੈ ਇਹ ਇਸ ਕਰਕੇ ਨਹੀਂ ਹੈ ਕਿ ਉਹਦੇ ਰੂਲਿੰਗ ਹੈ, ਰੂਲਿੰਗ ਦੀ ਗੱਲ ਹੈ। ਵਿਆਹ ਸ਼ਾਦੀਆਂ ਦੂਸਰੀਆਂ ਹਰ ਯੁੱਗ ਦੇ ਵਿੱਚ ਦਿੰਦਾ, ਰੂਲਿੰਗ ਦਿੰਦਾ ਹੈ, ਵੱਖਰੀ ਵੱਖਰੀ ਦਿੰਦਾ, ਕਦੀ ਅਗਲੇ ਬੰਨੇ ਜੁੜਦੀ ਨਹੀਂ ਹੁੰਦੀ। ਜੇ ਸਤਿਯੁਗ ਦੀ ਰੀਤ ਉਹ ਦੂਸਰੇ ਨਾਲ ਜੁੜ ਸਕਦੀ, ਉਸ ਵੇਲੇ ਦਾ ਮਾਹੌਲ ਕੀ ਸੀ, ਉਸ ਵੇਲੇ ਮਜ਼ਾ ਕੀ ਸੀਗਾ। ਦੁਆਪਰ ਦੀ ਰੀਤ ਗਾਂ ਨਹੀਂ ਜੁੜ ਸਕਦੀ, ਤਾਂ ਤ੍ਰੇਤਾ ਦੀ ਉਹਦੇ ਨਾਲ ਨਹੀਂ ਜੁੜ ਸਕਦੀ, ਜਾਂ ਤ੍ਰੇਤਾ ਦੀ ਫਿਰ ਦੁਆਪਰ ਦੀ ਨਹੀਂ ਜੁੜ ਸਕਦੀ, ਕਲਯੁਗ ਦੀ ਨਹੀਂ ਜੁੜ ਸਕਦੀ। ਕਲਯੁਗ ਤੋਂ ਬਾਅਦ ਜਿੰਨੀ ਵਾਰੀ ਆਇਆ ਉਹ ਨਾਮ ਬਦਲਦਾ ਗਿਆ, ਉਹਦੀ ਆਪਣੀ ਕਹਾਣੀ ਹੈ। ਤਾਂ ਕਹਿਣ ਦਾ ਭਾਵ ਹੈ ਕਿ ਡਿਊਟੀ ਕੀ ਹੈ ਵੇਖਣਾ ਪਊਗਾ। ਡਿਊਟੀਆਂ ਉਹ ਜਿਹੜੇ ਉਹਦੇ ਨਿਯਮ ਦਿੱਤੇ ਹੁੰਦੇ ਆ, 33 ਦੇ 33, ਦਿਸ ਇਜ਼ ਦ ਡਿਊਟੀ। ਅਗਰ ਕੋਈ ਅਫਸਰ ਆਪਣੀ ਕੰਟੀਨ ਆਪਣੇ ਜਿਹੜੇ ਅਹੁਦੇ ਦੇ ਉੱਤੇ ਉਹਦੀ ਡਿਊਟੀ ਨਹੀਂ ਦਿੰਦਾ ਤਾਂ ਉਹਦੀ ਵਰਦੀ ਲੱਥ ਸਕਦੀ ਹੈ। ਇੱਕ ਜੱਜ ਬਿਨਾਂ ਪਰਮਿਸ਼ਨ ਤੋਂ ਕਿਸੇ ਦੇ ਘਰ ਰੋਟੀ ਖਾਣ ਚੱਲ ਜਾਂਦਾ ਜਾਂ ਕਿਸੇ ਪਾਰਟੀ 'ਚ ਸ਼ਾਮਲ ਹੋ ਜਾਂਦਾ, ਉਹਦੇ 'ਤੇ ਕਾਨੂੰਨ ਲਾਗੂ ਹੁੰਦਾ ਵੀ ਨਹੀਂ ਜਾ ਸਕਦਾ ਤੂੰ। ਇਸ ਕਰਕੇ ਭਗਤ 'ਤੇ ਵੀ ਕਾਨੂੰਨ ਲਾਗੂ ਹੁੰਦਾ ਹੈ। ਜੋ ਉਹਦਾ ਪਰਮੇਸ਼ਰ ਕਹਿੰਦਾ ਹੈ, ਉਹ ਕਹਿੰਦਾ ਰੋਸਾ ਨਹੀਂ ਕਰ ਸਕਦਾ, ਲੜ ਨਹੀਂ ਸਕਦਾ, ਕਿਸੇ ਨੂੰ ਨੀਵਾਂ ਨਹੀਂ ਦਿਖਾ ਸਕਦਾ, ਕਿਸੇ ਨਾਲ ਧੋਖਾ ਨਹੀਂ ਕਰ ਸਕਦਾ, ਚਾਹੇ ਵਪਾਰ ਚਾਹੇ ਕੁਛ ਹੈ। ਕਿਸੇ ਨੂੰ ਕਿਸੇ ਬਾਣੀ ਦੇ ਉੱਤੇ ਬਹਿਸ ਨਹੀਂ ਕਰ ਸਕਦਾ, ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰ ਸਕਦਾ ਵੀ ਇਹਨੂੰ ਆਉਂਦਾ ਨਹੀਂ ਮੈਨੂੰ ਆਉਂਦਾ ਹੈ। ਕਿਸੇ ਨੂੰ ਆਣ ਕੇ ਲੰਗਰ ਨੂੰ ਵੱਧ ਘੱਟ ਨਹੀਂ ਕਹਿ ਸਕਦਾ। ਕਿਸੇ ਵੀ ਰੋਟੀ ਮਿਲੀ ਉਹਨੂੰ ਉਹਦਾ ਜਿੱਦਾਂ ਕਿ ਵਿਸ਼ਨੂੰ ਭਗਵਾਨ ਉਹ ਮਾਲਕ ਜਿਹੜਾ ਅਕਾਲ ਪੁਰਖ ਹੈ, ਜਿਹੜਾ ਸਾਰਿਆਂ ਦਾ ਮਾਲਕ ਹੈ, ਉਹਦੀ ਰੋਟੀ ਦਾ ਸ਼ੁਕਰ ਕਰਦਾ ਹੈ। ਭਗਤ ਨੂੰ ਹੁੰਦਾ ਕਿ ਮੇਰੇ ਭਗਵਾਨ ਦੀ ਜਿਹੜੀ ਆ ਕੋਈ ਵੀ ਚੀਜ਼ ਨਾ ਹੋਵੇ, ਉਹਨੂੰ ਉਹਦੇ 'ਤੇ ਨਿਸ਼ਾਵਰ ਹੋਇਆ ਹੁੰਦਾ। ਉਹ ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਤੋਂ ਉੱਪਰ ਹੋਇਆ ਹੁੰਦਾ। ਉਹਨੂੰ ਆਪਣੇ ਪਰਮਾਤਮਾ ਦੇ ਹੀ ਆਉਂਦਾ ਹੈ ਕਿ ਉਹ ਮੈਨੂੰ ਦਰਸ਼ ਦੇਵੇ, ਮੈਨੂੰ ਮਿਲੇ। ਉਹਨੂੰ ਇਹ ਚਾਅ ਨਹੀਂ ਹੁੰਦਾ ਕਿ ਅੱਜ ਫਲਾਣੇ ਯਾਰ ਹੁਣ ਤਾਂ ਫਲਾਣੇ ਹੋਟਲ 'ਚ ਬਹਿ ਕੇ ਖਾਵਾਂ ਪੀਵਾਂਗੇ। ਉਹ ਸੰਸਾਰੀ ਨਹੀਂ ਹੈ। ਉਹ ਜਗਤ ਦੇ ਬਾਜ਼ਾਰਾਂ 'ਚ ਟਹਿਲਣ ਵਾਲਾ ਨਹੀਂ, ਜਿੰਨੀ ਲੋੜ ਹੈ ਉਨੀ ਲੈਂਦਾ। ਉਹ ਕਿਸੇ ਤੋਂ ਮੰਗਣ ਵੀ ਨਹੀਂ ਜਾਂਦਾ। ਭਗਤ ਕਦੀ ਨਹੀਂ ਮੰਗਣ ਜਾਂਦਾ। ਕਦੀ ਵੇਖਿਆ ਭਗਤ ਕੋਈ ਉੱਠਿਆ ਹੋਵੇ ਅਤੇ ਉਹ ਕਰਾਤ ਲੈਣ ਗਿਆ ਹੋਵੇ ਕਿਸੇ ਦੇ ਘਰ? ਨਹੀਂ ਲੈਣ ਗਿਆ। ਉਹ ਆਪਣੀ ਦਸਾਂ ਨੌਂ ਦੀ ਕਿਰਤ ਕਰਕੇ ਹੀ ਖਾਂਦਾ ਰਿਹਾ, ਚਾਹੇ ਰਵਿਦਾਸ ਹੈ ਅਤੇ ਚਾਹੇ ਕਬੀਰ ਹੈ, ਤਾਣਾ ਬੋਲਦੇ ਰਿਹਾ। ਕਦੀ ਨਹੀਂ ਗਿਆ ਕਿ ਹੁਣ ਅਸੀਂ ਨਾਮ ਜਪਣ ਡਿਆਂ। ਅਤੇ ਭਗਤ ਨੂੰ ਛਡਾਉਣ ਲਈ ਪਰਮਾਤਮਾ ਆਉਂਦਾ। ਭਗਤ ਭਗਵਾਨ ਤੋਂ ਵੱਡਾ ਕਿਉਂ ਹੁੰਦਾ? ਭਗਤਾਂ ਦਾ ਇਸ ਕਰਕੇ ਵੱਡਾ ਹੈ ਕਿ ਦੁਨੀਆ ਤੋਂ ਤਾਨੇ ਮਿਹਣੇ ਸਹਿੰਦਾ, ਲੇਕਿਨ ਬਾਕੀ ਨਹੀਂ ਸਹਿੰਦੇ ਹੈਗੇ। ਬਾਕੀ ਜਦੋਂ ਭੀੜ ਆਉਂਦੀ ਭੱਜਦੇ ਨੇ। ਇੱਕ ਭਗਤ ਹੀ ਹੈ ਜੋ ਭਗਵਾਨ ਨਾਲ ਕਿਰਪਾ ਕਰਦਾ ਉਹਦੇ 'ਤੇ। ਇਸ ਕਰਕੇ ਵੱਡਾ ਕਿ ਉਹ ਪਰਮਾਤਮਾ ਦੇ ਬਦਲੇ ਜਿਹੜਾ ਉਹਨਾਂ ਕਿਸੇ ਨੂੰ ਨਹੀਂ ਦਿਸ ਰਿਹਾ ਹੁੰਦਾ, ਉਹਦੇ ਬਦਲੇ ਤਾਨੇ ਮਿਹਣੇ ਸਹਿੰਦਾ, ਜੰਗਾਂ ਲੜਦਾ, ਲੜਾਈਆਂ ਕਰਦਾ,
ਸੰਸਾਰ ਲਈ ਆਪਣੇ ਰੱਬ ਬਦਲੇ। ਲੜਾਈ ਵੀ ਉਹਦੀ ਜਿਹੜੀ ਆ ਰੂਹਾਨੀਅਤ ਹੁੰਦੀ ਆ, ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦੀ, ਸਮਝ ਨਹੀਂ ਲੱਗਦੀ ਉਹਨਾਂ ਦੀ। ਤੋ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਏ। ਉਹ ਕਦੀ ਜੋ ਕਰਨਾ ਚਾਹੁੰਦਾ ਹੈ ਉਹ ਹਰ ਥਾਂ 'ਤੇ ਉਹਦੀ ਖੁਸ਼ੀ ਵੇਖਣਾ ਚਾਹੁੰਦਾ ਹੈ। ਇਹ ਬਹੁਤ ਸਾਰੇ ਨਿਯਮ ਹਨ ਜਿਹੜੇ 33 ਦੇ 33, ਇਸ ਤਰ੍ਹਾਂ 52 ਨਿਯਮ ਉਦੋਂ ਸਿੱਖੀ ਧਰਮ ਦੇ ਵਿੱਚ ਆਏ ਸੀਗੇ। ਇਸ ਤਰ੍ਹਾਂ ਭਗਤ ਦੇ ਵੀ 33 ਨਿਯਮ ਹਨ। ਇਹਨਾਂ ਨਸ਼ਿਆਂ ਤੋਂ ਰਹਿਤ ਹੁੰਦਾ ਹੈ ਭਗਤ ਨੂੰ ਪਰਮਾਤਮਾ ਦਾ ਨਸ਼ਾ ਲੱਗਾ ਹੁੰਦਾ ਹੈ। ਸੋ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਏ। ਸੋ ਹਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।